ਪੰਜਾਬ ਦੀ ਸਰਜ਼ਮੀਂ ਤੇ ਪਿਛਲੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਬਹੁਤ ਉਤਾਰ ਚੜਾਵ ਆਏ। ਕਿੱਡਾ ਵੱਡਾ ਸਿਆਸੀ ਸੰਕਟ ਜਾਂ ਫਿਰ ਪੰਥਕ ਸੰਕਟ ਇਸ ਨੂੰ ਕਿਹਾ ਜਾ ਸਕਦਾ ਹੈ ਜੋ ਸਿੱਖ ਵਰਤਾਰਿਆਂ ਦੇ ਵਿੱਚ ਲਗਾਤਾਰ ਵਾਪਰ ਰਿਹਾ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੰਕਟ ਜੋ ਦਿਖ ਰਿਹਾ ਇਹ ਸੰਕਟ ਇੰਨਾ ਹੀ ਆ ਜਾਂ ਫਿਰ ਤਸਵੀਰ ਦੇ ਪਿੱਛੇ ਕੋਈ ਤਸਵੀਰ ਹੈਗੀ ਆ ਜਿਹੜੀ ਤਸਵੀਰ ਦੇ ਵਿੱਚ ਪੰਥਕ ਜਿਹੜਾ ਸੰਕਟ ਹੈਗਾ ਉਹ ਬਹੁਤ ਵੱਡਾ ਹੈਗਾ ਜਾਂ ਕਿਸ ਤਰੀਕੇ ਦਾ। ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਸਿੱਖ ਮਰਿਆਦਾ ਹੈਗੀ ਆ, ਸਿੱਖ ਰਹਿਤ ਮਰਿਆਦਾ ਹੈਗੀ ਆ ਜਾਂ ਪੰਥਕ ਰਹੁ ਰੀਤਾਂ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਚੱਲਦੀਆਂ ਨੇ, ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇੱਥੇ ਸਿੱਖ ਪੰਥ ਦੇ ਚਿੰਤਕ ਜਿਹੜੇ ਹੈਗੇ ਨੇ ਜਾਂ ਫਿਰ ਸਿੱਖ ਮਸਲਿਆਂ ਦੇ ਮਾਹਰ ਇਹਨਾਂ ਨੂੰ ਕਹਿ ਸਕਦੇ ਹਾਂ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੇ। ਇਹਨਾਂ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ, ਬੜਾ ਸੰਵੇਦਨਸ਼ੀਲ ਮਸਲਾ ਹੈਗਾ ਜਿਹੜਾ ਕੱਲ੍ਹ ਸਾਹਮਣੇ ਆਇਆ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ। ਤੁਸੀਂ ਪੁਰਾਣੇ ਸਮਿਆਂ ਤੋਂ ਲਗਾਤਾਰ ਦੇਖਦੇ ਆਏ ਹੋ। ਇਸ ਤਰੀਕੇ ਦੇ ਹਾਲਾਤ ਕਦੇ ਬਣੇ ਨੇ ਕਿ ਉਹ ਜਿਸ ਤਰੀਕੇ ਦਾ ਇਲਜ਼ਾਮ ਲਗਾ ਰਹੇ ਨੇ ਕਿ SGPC ਦੇ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ, ਕੁਛ ਆਪ MLA ਜਾਂ ਕੁਛ ਕਾਂਗਰਸ ਦੇ MPਆਂ ਦਾ ਵੀ ਜ਼ਿਕਰ ਉਹ ਕਰਦੇ ਹੋਏ ਨਜ਼ਰ ਆਏ। ਕਦੇ SGPC ਦੇ ਮੈਂਬਰਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਪਿਛਲੇ ਸਮੇਂ 'ਚ ਹੋਈ ਹੈ? ਜੇ ਹੋਈ ਹੈ ਤਾਂ ਇਸ ਵਾਰ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਇਹ ਜੇ ਹੋਈ ਹੈ ਤਾਂ ਮੰਦਭਾਗੀ ਗੱਲ ਹੈ। SGPC ਦੇ ਮੈਂਬਰਾਂ ਦੀ ਇੱਕ ਜ਼ਿੰਮੇਵਾਰੀ ਹੈ, ਪੰਥ ਲਈ ਜ਼ਿੰਮੇਵਾਰੀ ਹੈ। ਜੋ ਪੰਥਕ ਹਿੱਤ ਦੇ ਵਿੱਚ ਉਹਨਾਂ ਨੇ ਡਿਸੀਜਨ ਲੈਣੇ ਆ ਉਹ ਮੁਬਾਰਕ ਆ। ਬਾਕੀ ਸਾਰੀ ਦੀ ਸਾਰੀ ਗੱਲ ਜਿਹੜੀ ਆ ਉਹ ਨਹੀਂ ਐਕਸੈਪਟੇਬਲ ਹੈਗੀ ਟੂ ਦੀ ਸਿੱਖ ਪੰਥ ਤੋਂ। ਫੈਸਲਾ ਜੋ ਜੇ ਉਹਨਾਂ ਨੇ ਕੀਤਾ ਇਸ ਤਰ੍ਹਾਂ, ਜਿਵੇਂ ਤੁਸੀਂ ਕਹਿੰਦੇ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ, ਜੇ ਉਹਨਾਂ ਨੇ ਆਪਣੇ ਆਪ ਨੂੰ ਆਪਣਾ ਈਮਾਨ ਹੀ ਵੇਚਤਾ ਤਾਂ ਫਿਰ ਉਸ ਬੰਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਪੰਥ ਲਈ ਫੈਸਲੇ ਕਿਵੇਂ ਲੈਣਗੇ? ਨਹੀਂ, ਉਹ ਪੰਥ ਲਈ ਕੀ ਆਪਣੇ ਆਪ ਲਈ ਵੀ ਕੀ ਲੈਣਗੇ? ਜਿਸ ਬੰਦੇ ਨੇ ਆਪਣੀ ਅੰਤਰ ਆਤਮਾ, ਜਿਹੜਾ ਧਰਮ ਹੈ ਉਹ ਅੰਦਰ ਆਤਮਾ ਹੈ ਨਾ, ਤਾਂ ਅੰਦਰ ਆਤਮਾ ਹੀ ਜਿਹੜੀ ਉਸਨੇ ਵੇਚ ਦਿੱਤੀ, ਉਹ ਮਨੁੱਖ ਥੋੜ੍ਹਾ ਰਹਿ ਗਿਆ, ਉਹ ਤਾਂ ਇੱਕ ਜਾਨਵਰ ਤੋਂ ਵੀ ਮਾੜਾ ਬੰਦਾ ਬਣ ਗਿਆ। ਤੋ ਇਸ ਕਿਸਮ ਦੀ ਜ਼ਹਿਨੀਅਤ ਵਾਲੇ ਬੰਦਿਆਂ ਨੂੰ ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਤਾਂ ਉਹਨਾਂ ਬਾਰੇ ਕੁਛ ਮਤਲਬ ਲਾਹਨਤ ਹੀ ਪਾ ਸਕਦੇ ਉਹਨਾਂ ਬੰਦਿਆਂ ਨੂੰ, ਔਰ ਉਹ ਲਾਹਨਤ ਦੇ ਹੀ ਕਾਬਿਲ ਹੈ। ਉਹ ਇਨਸਾਨੀਅਤ ਉਹਨਾਂ ਦੇ ਵਿੱਚ ਹੈ ਹੀ ਨਹੀਂ, ਉਹਨਾਂ ਵਿੱਚ ਕੋਈ ਧਰਮ ਨਹੀਂ, ਕੋਈ ਉਹਨਾਂ ਦੇ ਵਿੱਚ ਸੂਝ ਨਹੀਂ, ਸਮਝ ਨਹੀਂ, ਗਿਆਨ ਨਹੀਂ, ਜੋ ਗੁਰੂ ਦੀ ਰਹਿਮਤ ਆ ਉਹ ਨਹੀਂ ਉਹਨਾਂ ਦੇ ਵਿੱਚ ਹੈ। ਅੱਛਾ, ਮੈਂ ਇਸੇ ਡਿਜ਼ਾਈਨ 'ਤੇ ਵੀ ਆਉਣ ਲੱਗਿਆ ਸੀਗਾ ਕਿ ਜਿਸ ਤਰੀਕੇ ਦੀਆਂ ਇਹ ਚੀਜ਼ਾਂ ਚੱਲ ਰਹੀਆਂ ਨੇ, ਪ੍ਰਵਿਰਤੀਆਂ ਚੱਲ ਰਹੀਆਂ ਨੇ ਪਿੱਛੇ, ਹੈ ਨਾ, ਖਰੀਦੋ ਫਰੋਖਤ ਦੀਆਂ ਇਲਜ਼ਾਮ ਲੱਗ ਰਹੇ ਨੇ, ਤਾਂ ਇਹ ਪੰਥ ਲਈ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਕਿ ਸਿੱਖ ਸਿਆਸਤ ਲਈ, ਜਾਂ ਫਿਰ ਇਹਦੇ ਪਿੱਛੇ ਕੀ ਡਿਜ਼ਾਈਨ ਹੋ ਸਕਦਾ ਤੁਸੀਂ ਮੰਨਦੇ? ਦੇਖੋ ਜੀ, ਇਹ ਤਾਂ ਹੁਣ ਮੈਂ ਕੀ ਕਹਿ ਸਕਦਾ। ਇਹ ਤਾਂ ਉਹ ਜਿਹੜੇ ਬੰਦੇ ਕੀ ਵਾਕਈ ਖਰੀਦੇ ਗਏ ਜਾਂ ਨਹੀਂ ਖਰੀਦੇ ਗਏ, ਮੇਰੀ ਨੌਲੇਜ ਤਾਂ ਇਹ ਗੱਲ ਹੈ ਨਹੀਂ। ਮੈਂ ਤਾਂ ਦੂਰੋਂ ਵਾਚ ਕਰ ਰਿਹਾ, ਜੋ ਅਖਬਾਰਾਂ 'ਚ ਆ ਰਿਹਾ, ਸੋਸ਼ਲ ਮੀਡੀਆ 'ਤੇ ਆ ਰਿਹਾ, ਉਹਦੇ ਅਨੁਭਵ ਦੇ ਬਾਰੇ ਹੀ ਮੈਂ ਕੁਛ ਕਹਿ ਸਕਦਾ। ਤੋ ਇਸ ਦੇ ਵਿੱਚ ਜੇ ਫਰਜ਼ ਕਰੋ ਇਹ ਗੱਲ ਹੋਈ ਆ, ਇਹ ਮੰਦਭਾਗੀ ਗੱਲ ਹੈ। ਖਾਸ ਤੌਰ 'ਤੇ ਕਿਸੇ ਵੀ ਸਿਸਟਮ 'ਚ ਨਹੀਂ ਹੋਣੀ ਚਾਹੀਦੀ। ਖਾਸ ਤੌਰ 'ਤੇ ਜਿਹੜਾ ਧਾਰਮਿਕ ਸਿਸਟਮ ਹੈ ਸਾਡਾ, ਜਿਹੜਾ ਸਾਡੇ ਲਈ ਮੀਰੀ ਪੀਰੀ ਇੱਕ ਹੈ, ਸਾਡੇ ਲਈ ਦੋ ਮੀਰੀ ਪੀਰੀ ਸਿਧਾਂਤ ਨਹੀਂ, ਇੱਕੋ ਹੀ ਸਿਧਾਂਤ ਹੈ। ਤੋ ਉਸ ਦੇ ਵਿੱਚ ਮਨੁੱਖ ਨੇ ਗੁਰੂ ਦਾ ਜੋ ਆਦੇਸ਼ ਆ, ਇਸ ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਆਪਣੇ ਗੁਰੂ ਨੂੰ, ਰੱਬ ਨੂੰ ਯਾਦ ਕਰਕੇ ਵਿਚਰਨਾ ਹੈਗਾ। ਤੋ ਜੇ ਕੋਈ ਆਦਮੀ ਆਪਣਾ ਈਮਾਨ ਵੇਚ ਰਿਹਾ, ਜੇ ਆਪਣੀ ਉਹ ਆਤਮਾ ਨੂੰ ਮਤਲਬ ਇਸ ਤਰੀਕੇ ਨਾਲ ਮਲਾਈਨ ਕਰ ਰਿਹਾ ਇਹਨਾਂ ਹਰਕਤਾਂ ਦੇ ਨਾਲ, ਤਾਂ ਉਸ ਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ? ਉਸ ਦੇ ਬਾਰੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਉਹਨੂੰ ਲਾਹਨਤ ਪੈਣੀ ਚਾਹੀਦੀ, ਉਹਦੀ ਆਤਮਾ ਝੰਜੋੜੀ ਜਾਣੀ ਚਾਹੀਦੀ ਹੈ। ਸੋ ਜੇ ਲਗਾਤਾਰ ਇਹ ਗੱਲਾਂ ਬਾਤਾਂ ਲਗਾਤਾਰ ਚੱਲ ਰਹੀਆਂ, ਅਕਾਲੀ ਦਲ ਵੀ ਇਸ ਤਰੀਕੇ ਦੇ ਇਲਜ਼ਾਮ ਲਗਾਉਂਦਾ ਰਹਿੰਦਾ, SGPC ਵੱਲੋਂ ਵੀ ਕਈ ਵਾਰੀ ਕਿਹਾ ਗਿਆ ਕਿ RSS ਜਾਂ BJP ਪਿੱਛੇ ਲਗਾਤਾਰ ਐਕਟਿਵ ਦਿਖ ਰਹੇ ਨੇ, ਉਹਨਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਚੀਜ਼ਾਂ ਨੂੰ, ਉਹ ਕਿਸੇ ਡਿਜ਼ਾਈਨ ਦੇ ਤਹਿਤ ਕੰਮ। RSS ਦਾ ਇੱਕ ਏਜੰਡਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਸੋਵਰਨ ਇੰਡੀਪੈਂਡੈਂਟ ਆਈਡੈਂਟੀਟੀ ਆ, ਜਿਹੜੀ ਉਹਦੀ ਧਾਰਮਿਕ, ਉਸ ਨੂੰ ਅਸੀਂ ਖ਼ਤਮ ਕਰਕੇ ਸਿੱਖ ਆਈਡੈਂਟੀਟੀ ਨੂੰ ਹਿੰਦੂਇਜ਼ਮ ਦੇ ਵਿੱਚ ਲੈ ਕੇ ਆਉਣਾ, ਉਹਨੂੰ ਹਿੰਦੂਇਜ਼ਮ ਦੇ ਫੋਲਡ 'ਚ ਲੈ ਕੇ ਸਿੱਖਾਂ ਨੂੰ ਹਿੰਦੂ ਕਰਾਰ ਦੇਣਾ। ਇਹ ਅੱਜ ਦੀ ਗੱਲ ਨਹੀਂ ਹੈ। 1925 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਸ ਤੋਂ ਪਹਿਲਾਂ ਆਰੀਆ ਸਮਾਜ ਬਣਿਆ। ਸਾਰੀ ਕੋਸ਼ਿਸ਼ ਲਗਾਤਾਰ ਚੱਲਦੀ ਆ ਰਹੀ ਹੈ। ਉਹਨਾਂ ਦਾ ਸਿਰਫ ਇੱਕੋ ਪਰਪਸ ਆ, ਕਾਹਦੀ ਦੁਸ਼ਮਣੀ ਹੈ ਸਿੱਖਾਂ ਦੇ ਨਾਲ? ਕੋਈ ਐਨਿਮਿਟੀ ਨਹੀਂ, ਸਿਰਫ ਇੱਕੋ ਗੱਲ ਹੈ ਕਿ ਉਹ ਜੋ RSS ਕਹਿੰਦੀ ਆ
ਜਾਂ ਹਿੰਦੂ ਮਹਾਸਭਾ ਕਹਿੰਦੀ ਆ ਜਾਂ ਦੂਸਰੀਆਂ ਹੋਰ ਹਿੰਦੂ ਜਥੇਬੰਦੀਆਂ, ਆਰੀਆ ਸਮਾਜ ਕਹਿੰਦਾ ਵੀ ਤੁਸੀਂ ਇੰਡੀਪੈਂਡੈਂਟ ਨਹੀਂ, ਤੁਸੀਂ ਸੋਵਰਨ ਨਹੀਂ, ਤੁਸੀਂ ਹਿੰਦੂਆਂ ਦਾ ਭਾਗ ਹੋ, ਆ ਪਾਰਟ ਹੋ। ਆ ਗੱਲ ਦੀ ਸਾਰੀ ਸਿੱਖਾਂ ਨੂੰ ਸਜ਼ਾ ਦਿੱਤੀ ਜਾ ਰਹੀ। ਸਿੱਖ ਉਹ ਸਜ਼ਾ ਬੜੇ ਢੰਗ ਦੇ ਨਾਲ, ਬੜੇ ਸਹਿਜ ਦੇ ਵਿੱਚ ਉਸ ਨੂੰ ਕਬੂਲ ਕਰਦੇ ਆ ਵੀ ਅਸੀਂ ਹਿੰਦੂ ਨਹੀਂ, ਅਸੀਂ ਹਿੰਦੂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਵਾਕ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਪਿੰਡ ਪੁਰਾਣ ਵਾਲੀ ਤੁਕ ਤੁਸੀਂ ਸੁਣੀ ਹੋਣੀ ਹੈ। ਤੋ ਮਹਾਰਾਜ ਨੇ ਬੜੀ ਕਲੀਅਰਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਹੀਂ ਵੀ ਫਲਾਣਾ ਬੰਦਾ ਐਂ ਕਹਿੰਦਾ ਵੀ ਹਮ ਹਿੰਦੂ ਨਹੀਂ। ਭਾਈ ਕਾਹਨ ਸਿੰਘ ਨੇ ਕਿਤਾਬ ਵੀ ਲਿਖਤੀ ਹਮ ਹਿੰਦੂ ਨਹੀਂ, ਹੋਰ ਲੋਕਾਂ ਨੇ ਬਥੇਰੀਆਂ ਕਿਤਾਬਾਂ ਲਿਖੀਆਂ। ਦੂਸਰੇ ਪਾਸੇ ਆਰੀਆ ਸਮਾਜੀ ਲੀਡਰਾਂ ਨੇ ਉਹਨਾਂ ਨੇ ਸੱਤਿਆਰਥ ਪ੍ਰਕਾਸ਼ ਆ ਸਵਾਮੀ ਦਇਆਨੰਦ ਦਾ ਜਿਹੜਾ ਧਾਰਮਿਕ ਗ੍ਰੰਥ ਆ, ਉਹਦੇ ਵਿੱਚ ਲਿਖਿਆ ਕਲੀਅਰਲੀ, ਉਹਦੇ ਵਿੱਚ ਇਹੀ ਲਿਖਿਆ ਵੀ ਸਿੱਖ ਕੋਈ ਮਤਲਬ ਇੰਡੀਪੈਂਡੈਂਟ ਸੋਵਰਨ ਰਿਲੀਜਨ ਨਹੀਂ ਹੈ, ਸਿੱਖ ਹਿੰਦੂ ਆ। ਉਹਦੇ ਵਿੱਚ ਕਲੀਅਰਲੀ ਲਿਖਿਆ, ਨਿੰਦਿਆ ਗਿਆ ਗੁਰੂ ਨਾਨਕ ਮਹਾਰਾਜ ਨੂੰ, ਮਤਲਬ ਬਹੁਤ ਅਪਸ਼ਬਦ ਕਹੇ ਗਏ ਆ ਦੂਸਰੇ ਗੁਰੂ ਸਾਹਿਬਾਨ ਬਾਰੇ, ਸਿੱਖਾਂ ਦੀ ਆਇਡੈਂਟੀਟੀ ਬਾਰੇ, ਸਿੱਖਾਂ ਦੀ ਲੈਂਗੁਏਜ ਬਾਰੇ। ਪੰਜਾਬੀ ਜਿਹੜੀ ਲੈਂਗੁਏਜ ਆ ਉਸ ਨੂੰ ਕੰਡੈਮ ਕੀਤਾ ਗਿਆ, ਗੁਰਮੁਖੀ ਨੂੰ, ਮਤਲਬ ਬਹੁਤ ਚੀਜ਼ਾਂ ਕਹੀਆਂ। ਆਰੀਆ ਸਮਾਜ, ਹੁਣ ਮੈਂ ਡਿਟੇਲ 'ਚ ਦੱਸਾਂ ਤਾਂ ਬਹੁਤ ਲੰਬਾ ਹੋ ਜਾਂਦੀ ਗੱਲ। ਉਹਨੇ ਕਿਹਾ ਵੀ ਜਿਹੜਾ ਗੁਰੂ ਨਾਨਕ ਆ ਉਹਨੇ ਤਾਂ ਪਾਣਿਨੀ ਦੀ ਗ੍ਰਾਮਰ ਨਹੀਂ ਸੀ ਪੜ੍ਹੀ, ਤਾਂ ਉਸ ਦਾ ਕੋਈ ਰਾਈਟ ਹੀ ਨਹੀਂ ਵੀ ਉਹ ਕੋਈ ਰੱਬ ਬਾਰੇ ਕੋਈ ਗੱਲ ਕਰ ਸਕੇ। ਤੋ ਇੱਕ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਇਸ ਤਰ੍ਹਾਂ ਦੇ, ਬੜੇ ਕਨਫਲਿਕਟ ਚੱਲੇ ਆ ਰਹੇ। ਗਿਆਨੀ ਦਿੱਤ ਸਿੰਘ ਨੇ ਆਰੀਆ ਸਮਾਜ ਨੂੰ ਜਵਾਬ ਦਿੱਤੇ, ਝਗੜਾ ਸਾਰਾ ਚੱਲਿਆ ਆ ਰਿਹਾ। ਅੱਜ ਦੀ ਗੱਲ ਨਹੀਂ ਹੈ, ਇਹ ਨਵੀਂ ਗੱਲ ਨਹੀਂ ਹੈ, ਇਹ ਗੱਲ ਤੁਰ ਤੋਂ ਚੱਲੀ ਆ ਰਹੀ। ਜਦੋਂ ਤੋਂ ਸਿੱਖਾਂ ਨੇ ਆਪਣੇ ਆਪ ਨੂੰ ਕਿਹਾ ਵੀ ਅਸੀਂ ਇੰਡੀਪੈਂਡੈਂਟ ਸੋਵਰਨ ਰਿਲੀਜਨ ਆ ਸਾਡਾ, ਅਸੀਂ ਹਿੰਦੂਆਂ ਦਾ ਕੋਈ ਪਾਰਟ ਨਹੀਂ ਜਿਸ ਤਰ੍ਹਾਂ ਅਸੀਂ ਮੁਸਲਮਾਨਾਂ ਦਾ ਕੋਈ ਪਾਰਟ ਨਹੀਂ। ਤਾਂ ਉਸ ਦਿਨ ਤੋਂ ਇਹ ਝਗੜਾ ਸ਼ੁਰੂ ਹੋਇਆ ਵਾ ਅੱਜ ਤੱਕ। ਅੱਜ ਕੋਈ ਹਿੰਦੂਆਂ ਦੇ ਕੋਲ ਸਿਆਸੀ ਤਾਕਤ ਆ, ਉਹ ਆਪਣੀ ਸਿਆਸੀ ਤਾਕਤ ਦਾ ਵੀ ਇਸਤੇਮਾਲ ਕਰਦੇ ਆ, ਇਸ ਕਿਸਮ ਦੀਆਂ ਚੀਜ਼ਾਂ ਕਰਦੇ ਆ, ਸਮਝੇ ਕਿ ਨਹੀਂ। ਤਾਂ ਉਸ ਦੇ ਨਾਲ ਮਤਲਬ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਕਿਸਮ ਦਾ ਡਰ ਪੈਦਾ ਹੋਇਆ ਵਾ, ਭੈ ਪੈਦਾ ਹੋਇਆ ਵੀ ਇਹ ਸਾਨੂੰ ਸਵਾਲੋ ਕਰ ਲੈਣਗੇ। ਪਰ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਉਹਨਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਰਿਟਨ ਟ੍ਰੈਡੀਸ਼ਨ 'ਤੇ ਬੇਸਡ, ਜਿਸ ਦੇ ਵਿੱਚ ਕੋਈ ਤਬਦੀਲੀ, ਇੱਕ ਅੱਖਰ ਦੀ ਵੀ ਤਬਦੀਲੀ ਨਹੀਂ ਹੋ ਸਕਦੀ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਰਾਮ ਰਾਏ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ? ਇੱਕ ਅੱਖਰ ਬਦਲਣ ਦੀ ਸਜ਼ਾ ਦਿੱਤੀ। ਦੂਸਰੇ ਪਾਸੇ ਔਰੰਗਜ਼ੇਬ ਨੇ ਉਹਨੂੰ ਅਡੋਪਟ ਆਪਣਾ ਐਕਸੈਪਟ ਕਰ ਲਿਆ ਵੀ ਤੂੰ ਉਹਨੂੰ ਜਗੀਰ ਦੇ ਦਿੱਤੀ, ਉਹ ਜਗੀਰ ਹੁਣ ਤੱਕ ਵੀ ਚੱਲਦੀ ਹੈ, ਰਾਮ ਰਾਏ ਦੀ ਜਿਹੜੀ ਹੈਗੀ ਟ੍ਰੈਡੀਸ਼ਨ। ਤੋ ਇਸ ਕਰਕੇ ਤੁਰ ਤੋਂ ਚੱਲੀ ਆ ਰਹੀ ਗੱਲ। ਇਹ ਅੱਜ ਇਹ ਕਿਉਂਕਿ ਹਿੰਦੂਆਂ ਕੋਲ ਸਿਆਸੀ ਤਾਕਤ ਵੀ ਹੈ, ਤਾਂ ਉਹ ਆਪਣੀ ਸਿਆਸੀ ਤਾਕਤ ਦਾ ਵੀ ਪੂਰਾ ਜ਼ੋਰ ਲਾ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਆਇਡੈਂਟੀਟੀ ਹੈ ਜਿਹੜੀ ਖਤਮ ਹੋ ਜਾਵੇ। ਪਰ ਉਹ ਹੋ ਨਹੀਂ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਤੁਹਾਡੇ ਕੋਲ ਇੱਕੋ ਹੀ ਦੁਨੀਆ ਦਾ ਸਪਿਰਿਚੁਅਲ ਗ੍ਰੰਥ ਆ ਜਿਹੜਾ ਰਿਟਨ ਟ੍ਰੈਡੀਸ਼ਨ 'ਤੇ ਆ, ਬਾਕੀ ਸਾਰੇ ਓਰਲ ਟ੍ਰੈਡੀਸ਼ਨ 'ਤੇ ਆ। ਹਿੰਦੂਆਂ ਦੇ ਗ੍ਰੰਥ ਓਰਲ ਟ੍ਰੈਡੀਸ਼ਨ 'ਤੇ ਆ, ਇਸਲਾਮ ਦਾ ਜਿਹੜਾ ਗ੍ਰੰਥ ਆ ਉਹ ਵੀ ਓਰਲ ਟ੍ਰੈਡੀਸ਼ਨ 'ਤੇ 600-700 ਸਾਲ ਬਾਅਦ ਲਿਖਿਆ ਗਿਆ ਪ੍ਰੋਫਿਟ ਸਾਹਿਬ ਦੇ ਡਿਮਾਈਜ਼ ਤੋਂ ਬਾਅਦ। ਇਸੇ ਤਰੀਕੇ ਨਾਲ ਬਾਈਬਲ 400-500 ਸਾਲ ਬਾਅਦ ਉਹ ਲਿਖੀ ਗਈ, ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ ਉਹਨੂੰ ਕਹਿੰਦੇ। ਟੋਰਾ ਹੈਗੀ ਜਿਊਜ਼ ਦੀ। ਤਾਂ ਸਾਰੇ ਦੁਨੀਆ ਦੇ ਜਿਹੜੇ ਗ੍ਰੰਥ ਆ, ਚਾਹੇ ਜੈਨੀਆਂ ਦਾ, ਬੋਧੀਆਂ ਦਾ, ਕੋਈ ਵੀ ਹੋਵੇ, ਉਹ ਪ੍ਰੋਫਿਟ ਦੇ ਆਪਣੇ ਟਾਈਮ 'ਚ ਕਦੇ ਨਹੀਂ ਲਿਖੇ ਗਏ। ਉਹ ਸਾਰੇ ਓਰਲ ਟ੍ਰੈਡੀਸ਼ਨ, ਫਲਾਣੇ ਨੇ ਐਂ ਕਿਹਾ, ਧਮਕੇ ਨੇ ਐਂ ਕਿਹਾ, ਇੱਦਾਂ ਬਣਾਏ ਹੋਏ ਰੀਸਟਰਕਚਰਡ ਹੈਗੇ। ਇੱਕੋ ਹੀ ਗ੍ਰੰਥ ਹੈ ਜਿਹੜਾ ਪੂਰਨ ਤੌਰ ਦੇ ਉੱਤੇ ਪ੍ਰੋਫਿਟ ਨੇ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਲਿਖਿਆ ਔਰ ਉਸ ਨੂੰ ਬਹੁਤ ਸੁਪੀਰੀਅਰ ਸਟੇਟਸ ਦਿੱਤਾ। ਪ੍ਰੋਫਿਟ ਨੇ ਆਪਣੇ ਆਪ ਤੋਂ ਉੱਚੇ ਸਮਝੇ। ਪੋਥੀ ਪਰਮੇਸ਼ਰ ਕਾ ਥਾਨ ਜਦੋਂ ਲਿਖ ਕੇ ਲੈ ਕੇ ਆਏ ਪੰਜਵੇਂ ਪਾਤਸ਼ਾਹ, ਉਹਨੂੰ ਪੋਥੀ ਕਹਿੰਦੇ ਸੀ। ਉਸ ਤੋਂ ਪਹਿਲਾਂ ਜਿਹੜੇ ਗੁਰੂ ਮਹਾਰਾਜ ਸੀ ਪੰਜਵੇਂ ਪਾਤਸ਼ਾਹ, ਮੰਜੀ 'ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਫਰਸ਼ ਦੇ ਉੱਤੇ ਬੈਠੇ ਉਹਨਾਂ ਨੂੰ ਸੰਬੋਧਨ ਹੁੰਦੇ ਸੀ। ਪਰ ਜਿਸ ਦਿਨ ਪੋਥੀ ਲੈ ਕੇ ਆਏ, ਪੋਥੀ ਉੱਪਰ ਰੱਖਤੀ ਮੰਜੀ ਸਾਹਿਬ 'ਤੇ, ਆਪ ਨੀਚੇ ਬੈਠ ਗਏ। ਤਾਂ ਇਹ ਇੱਕ ਬਹੁਤ ਮਤਲਬ ਵਿਲੱਖਣ ਕਿਸਮ ਦੀ ਟ੍ਰੈਡੀਸ਼ਨ ਆ ਜਿਹੜੀ ਦੂਸਰੇ ਧਰਮਾਂ 'ਚ ਨਹੀਂ। ਦੂਸਰੇ ਧਰਮਾਂ 'ਚ ਜਿਹੜਾ ਪ੍ਰੋਫਿਟ ਆ ਸੁਪੀਰੀਅਰ ਆ। ਪ੍ਰੋਫਿਟ ਆਪਣੇ ਸਕ੍ਰਿਪਚਰ ਤੋਂ, ਸਕ੍ਰਿਪਚਰ ਉਹਨੂੰ ਮੰਨਦੇ। ਸਾਡੀ ਇਹ ਸਕ੍ਰਿਪਚਰ ਨਹੀਂ, ਸਾਡਾ ਇਹ ਜਿਉਂਦਾ ਜਾਗਦਾ ਸਾਕਸ਼ਾਤ ਗੁਰੂ ਆ। ਉਹ ਇੰਡੀਅਨ ਸੁਪਰੀਮ ਕੋਰਟ ਨੇ 3 ਜੱਜਾਂ ਦੇ ਫੁੱਲ ਬੈਂਚ ਨੇ ਦੱਸ ਦਿੱਤਾ ਆਪਣੇ ਡਿਸੀਜ਼ਨ ਦੇ ਵਿੱਚ ਵੀ ਇਹ ਜੁਰਿਸਟਿਕ ਪਰਸਨ ਹੈ।
ਜੁਰਿਸਟਿਕ ਪਰਸਨ ਜਿਉਂਦਾ ਜਾਗਦਾ, ਤੁਸੀਂ ਜੁਰਿਸਟਿਕ ਪਰਸਨ ਹੋ, ਮੈਂ ਵੀ, ਉਹ ਵੀ, ਸਾਰੇ ਜਿਹੜੇ ਜਿਉਂਦੇ ਜਾਗਦੇ ਲੋਕ ਆ ਉਹ ਜੁਰਿਸਟਿਕ ਪਰਸਨ ਆ। ਉਹਨਾਂ ਦੇ ਨਾਂ 'ਤੇ ਜ਼ਮੀਨ ਖਰੀਦੀ ਜਾ ਸਕਦੀ ਹੈ, ਮਿਊਟੇਸ਼ਨ, ਇੰਤਕਾਲ ਹੋ ਸਕਦਾ। ਤਾਂ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਜੁਰਿਸਟਿਕ ਪਰਸਨ ਐਂਡ ਦੈਟ ਸਟੇਟਸ ਇਜ਼ ਨਾਟ ਅਸਾਈਨਡ। ਮੈਂ ਕੋਟ ਕਰ ਰਿਹਾ ਸੁਪਰੀਮ ਕੋਰਟ ਦੀ ਵਰਡਿੰਗ, that status is not assigned to the Hindu idol and to the Christian cross। ਤੂੰ ਗੱਲ ਸਾਫ਼ ਕਰ ਦਿੱਤੀ। ਹੁਣ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਬੜੀ ਕਰੀ ਜਾ ਰਹੀ ਹੈ। ਜਿਹੜੀ ਹਿੰਦੂ ਤਾਕਤਾਂ ਹੈਗੀਆਂ ਉਹਨਾਂ ਦਾ ਇੱਕ ਏਜੰਡਾ ਬਣਿਆ ਹੋਇਆ RSS ਦਾ, ਹਿੰਦੂ ਜਿੰਨੀਆਂ ਔਰਗੇਨਾਈਜੇਸ਼ਨ ਹੈ, ਹਿੰਦੂ ਮਹਾਸਭਾ ਦਾ, ਸਾਰਿਆਂ ਦਾ ਇਹ ਏਜੰਡਾ, ਆਰੀਆ ਸਮਾਜ ਦਾ ਇਹ ਏਜੰਡਾ ਹੈਗਾ। ਤੋ ਇਸ ਕਰਕੇ ਜਿਹੜੀ ਗੱਲ ਹੈ ਉਸ 'ਤੇ ਕਿਸੇ ਨੇ ਹੋਰ ਨਹੀਂ ਪਹਿਰਾ ਦੇਣਾ, ਗੁਰੂ ਗ੍ਰੰਥ ਸਾਹਿਬ ਆਪ ਹੀ ਸਾਖਸ਼ਾਤ ਉਸ ਦਾ ਸਬੂਤ ਹੈ। ਅੱਛਾ, ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਹਿੰਦੂ ਉਹਨਾਂ ਖੁਦ ਨਹੀਂ ਹੈਗਾ ਇਹਨਾਂ ਚੀਜ਼ਾਂ 'ਚ ਇਨਵੋਲਵ, ਸ਼ਾਇਦ ਕੋਈ ਸੰਸਥਾਵਾਂ ਇਹਨੇ ਪਿੱਛੇ। ਹਿੰਦੂਆਂ ਦੀਆਂ ਸੰਸਥਾਵਾਂ ਹੈਗੀਆਂ ਨਾ ਜੀ, ਆਰੀਆ ਸਮਾਜ ਹੀ ਆ। ਹੁਣ ਜੋ ਆਪਣੇ ਮੋਦੀ ਸਾਹਿਬ ਜ਼ੋਰ ਲਾ ਰਹੇ ਆ, ਅੱਡੀ ਚੋਟੀ ਦਾ ਜ਼ੋਰ ਲਾ ਰਹੇ ਆ ਕਿ ਇਹ ਗੱਲ ਐਂ ਹੋ ਜੇ। ਉਹ ਥੋੜ੍ਹੇ ਬਹੁਤੇ ਸਿੱਖਾਂ 'ਤੇ ਪੱਗਾਂ ਜਿਹੀਆਂ ਬੰਨ੍ਹ ਕੇ ਉਹਨਾਂ ਨੂੰ ਐਡਰੈਸ ਕਰ ਦਿੰਦੇ, ਪਰ ਉਹ ਹੋ ਨਹੀਂ ਸਕਦਾ। ਹੋ ਇਸ ਕਰਕੇ ਨਹੀਂ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨੇ ਆਪ ਲਿਖਤਾ, ਉਸ ਨੂੰ ਤਾਂ ਉਲਟਾਇਆ ਜਾ ਨਹੀਂ ਸਕਦਾ। ਉਹ ਜਿਹੜੀ ਓਰੀਜਨਲ ਬੀੜ ਹੈਗੀ ਆ ਉਹ ਸਾਡੇ ਕੋਲ ਸਬੂਤ ਆ ਉਸ ਗੱਲ ਦਾ, ਉਸ ਦੇ ਵਿੱਚ ਕੋਈ ਆਲਟਰੇਸ਼ਨ ਹੋ ਨਹੀਂ ਸਕਦੀ। ਸਮਝੇ ਕਿ ਨਹੀਂ? ਤੋ ਇਸ ਕਰਕੇ ਇਹ ਗੱਲ ਜਿਹੜੀ ਆ, ਬਾਵਜੂਦ ਬਹੁਤ ਸੀਰੀਅਸ ਐਫਰਟ ਸਰਕਾਰਾਂ ਨੇ, ਪਹਿਲਾਂ ਮੁਗਲਾਂ ਨੇ ਕੀਤੀ। ਦੇਖੋ ਨਾ, ਪ੍ਰੋਫਿਟ ਮੁਹੰਮਦ ਨੇ ਇਹ ਗੱਲ ਕਹੀ ਵੀ ਮੇਰੇ ਤੋਂ ਬਾਅਦ ਕੋਈ ਪ੍ਰੋਫਿਟ ਹੋ ਨਹੀਂ ਸਕਦਾ। ਸਮਝੇ ਕਿ? ਤਾਂ ਗੁਰੂਆਂ ਨੇ ਕੀ ਕਿਹਾ, ਗੁਰੂ ਅਰਜਨ ਦੇਵ ਮਹਾਰਾਜ ਨੇ, ਉਹਨਾਂ ਨੇ ਤਾਂ ਵੀ ਇਹੀ ਆ ਜਿਹੜੀ ਬੀੜ ਇਹ ਰੱਬ। ਸਮਝੇ ਕਿ ਨਹੀਂ? ਤੋ ਜਦੋਂ ਬੀੜ ਨੂੰ ਰੱਬ ਤੁਸੀਂ ਦਾ ਸਟੇਟਸ ਦੇ ਦਿੱਤਾ ਤਾਂ ਓਬਵੀਅਸਲੀ ਕਨਫਲਿਕਟ ਸ਼ੁਰੂ ਹੋ ਗਿਆ ਇਸਲਾਮ ਨਾਲ। ਇਸਲਾਮ ਨੇ ਵੀ ਇਹ ਉਹੀ ਪੋਜੀਸ਼ਨ ਲਈ ਜੋ ਅੱਜ ਹਿੰਦੂ ਲੈ ਰਹੇ ਆ। ਸਮਝੇ ਨਾ? ਤੋ ਇਸ ਕਰਕੇ ਇਹ ਇੱਕ ਬੜਾ ਸੀਰੀਅਸ ਮਸਲਾ। ਇਸ ਮਸਲੇ ਨੂੰ ਆਦਮੀ ਜਾਂ ਕੋਈ 2 4 10 ਭੁੱਲੜ ਸਿੱਖ ਐਵੇਂ ਪੱਗਾਂ ਦੇ ਵਿੱਚ ਸਿਰ ਫਸਾ ਕੇ ਇਹੋ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰਨ, ਉਹ ਨਹੀਂ ਹੋ ਸਕਦੀ। ਕਿਉਂਕਿ ਸਿੱਖਾਂ ਨੂੰ ਇਹ ਚੀਜ਼ਾਂ ਗੰਭੀਰਤਾ ਨਾਲ ਲੈਣੀਆਂ ਪੈਣਗੀਆਂ ਕਿ ਸਿੱਖਾਂ ਪੰਜਾਬ ਜਾਂ ਸਿੱਖ ਸਿਆਸਤ ਸਿੱਖਾਂ ਦੇ ਸਿੱਖ ਜੇ 2 400 500 2000 5000 ਸਿੱਖ ਇਹੋ ਜਿਹੀ ਗੱਲ ਕਰਦੇ ਨੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਤੁਹਾਡੇ ਕੋਲ ਰਿਟਨ ਕੰਸਟੀਟਿਊਸ਼ਨ ਆ, ਰਿਟਨ ਕੰਸਟੀਟਿਊਸ਼ਨ ਨੂੰ ਬਦਲਿਆ ਜਾ ਨਹੀਂ ਸਕਦਾ। ਉਹਦੇ 'ਚ ਉਹ ਸਾਰੀ ਦੁਨੀਆ ਕਬੂਲ ਕਰਦੀ ਆ ਵੀ ਇਹ ਜਿਹੜੀ ਬੀੜ ਆ ਕਰਤਾਰਪੁਰੀ ਬੀੜ ਆ, ਕਰਤਾਰਪੁਰ ਦੇ ਵਿੱਚ ਓਰੀਜਨਲ ਜਿਹੜੀ ਬੀੜ ਪਈ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਲਿਖਵਾਈ ਵੀ ਲਿਖਤਾ, ਲਿਖਵਾਈ ਵੀ ਆ, ਕੰਪਾਈਲ ਕਰਾਈ ਆ ਉਹਨਾਂ ਨੇ, ਕੰਪਾਈਲ ਕਹਿੰਦੇ ਅੰਗਰੇਜ਼ੀ ਲਫ਼ਜ਼। ਤਾਂ ਉਸ ਦਾ ਬਹੁਤ ਸਾਰੇ ਪ੍ਰੂਫ ਦਿੱਤੇ ਗਏ ਆ, ਉਹ ਐਸਟੈਬਲਿਸ਼ ਹੋਈ ਵੀ ਆ ਦੋਸਤਾਂ ਵੱਲੋਂ ਵੀ ਦੁਸ਼ਮਣਾਂ ਵੱਲੋਂ ਵੀ। ਤਾਂ ਇਸ ਕਰਕੇ ਉਹਦੇ 'ਚ ਕੋਈ, ਮੈਨੂੰ ਤਾਂ ਕਦੇ ਫਿਕਰ ਨਹੀਂ ਲੱਗਿਆ, ਨਾ ਮੈਨੂੰ ਕਦੇ ਡਰ ਲੱਗਿਆ। ਇਹ ਸ਼ੁਰੂ ਤੋਂ ਚੱਲੇ ਆ ਰਹੇ ਅਟੈਕ ਆ, ਪਰ ਕੋਈ ਗੱਲ ਹੋਈ ਨਹੀਂ ਸਿੱਖਾਂ ਦੇ ਉੱਤੇ, ਕੋਈ ਉਸ ਗੱਲ ਦਾ ਅਸਰ ਨਹੀਂ ਪਿਆ। 2 4 ਮਸੰਦ ਤਾਂ ਹੁੰਦੇ ਹੀ ਹੈ, ਮਸੰਦ ਤਾਂ ਗੁਰੂਆਂ ਵੇਲੇ ਵੀ ਸੀਗੇ। ਸਮਝੇ ਨਹੀਂ? ਮਸੰਦਾਂ ਨੂੰ ਪਹਿਲਾਂ ਗੁਰੂ ਨੇ ਸਜ਼ਾ ਦਿੱਤੀ, ਫਿਰ ਉਹਨਾਂ ਨੇ ਹਿੰਦੂ ਹਿੱਲ ਰਾਜਿਆਂ ਨੂੰ ਲੜਾਈ ਲੜੀ, ਫਿਰ ਉਹਨਾਂ ਨੇ ਮੁਗਲ ਸਲਤਨਤ ਨਾਲ ਲੜਾਈ ਲੜੀ। ਤਾਂ ਇਹ ਤਾਂ ਚੱਲਦਾ ਰਹਿੰਦਾ, ਇਹ ਚੱਲਦਾ ਆ ਰਿਹਾ, ਇਹ ਕਦੇ ਮਿਟਣ ਵਾਲੀ ਗੱਲ ਨਹੀਂ ਹੈ। ਅੱਛਾ, ਮੈਂ ਇੱਕ ਬਿਆਨ ਤੇ ਆ ਜਾਣਾ ਹੁਣ। ਆਰਪੀ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ। ਮੈਂ ਜਾਣਦਾ ਨਹੀਂ ਆਰਪੀ ਸਿੰਘ ਕੌਣ ਆ। ਬੀਜੇਪੀ ਦੇ ਲੀਡਰ ਨੇ। ਹੋਏਗਾ, ਹਾਂ। ਉਹਨਾਂ ਵੱਲੋਂ ਇਹ ਗੱਲਬਾਤ ਕਹੀ ਗਈ ਹੈ। ਚਲੋ ਆਪਾਂ ਬੀਜੇਪੀ ਦੇ ਲੀਡਰ ਦੇ ਤੌਰ ਤੇ ਚਲੋ ਜੋ ਵੀ ਮੈਂ ਉਹਨੂੰ ਹੋਏਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਕ੍ਰਿਸਚਨ ਕਮੇਟੀ ਬਣਦੀ ਜਾ ਰਹੀ ਹੈ। ਇਸ ਤਰੀਕੇ ਦੇ ਬਿਆਨ ਦੇਖੋ, ਆਰਪੀ ਸਿੰਘ ਕੌਣ ਆ, ਕੀ ਉਹਦੀ ਔਕਾਤ ਆ, ਕੀ ਉਹਦਾ ਸਟੇਟਸ ਆ, ਕੀ ਉਹਦੀ ਪੋਜੀਸ਼ਨ ਆ, ਮੈਨੂੰ ਇਸ ਬਾਰੇ ਕੱਖ ਨਹੀਂ ਪਤਾ। ਹੋਏਗਾ, ਉਹੋ ਜਿਹੇ ਬਹੁਤ ਸਾਰੇ ਹੈਗੇ, ਉਹਨਾਂ ਤੋਂ ਕਹਾਇਆ ਜਾ ਰਿਹਾ। ਤਾਂ ਇਹ ਤਾਂ ਹੁਣ ਉਹ ਮਤਲਬ ਕਿਸ ਲੈਵਲ 'ਤੇ ਕਹਿ ਰਿਹਾ, ਉਹ ਕਿਉਂ ਕਹਿ ਰਿਹਾ, ਉਹਦੇ ਪਿੱਛੇ ਕਿਹੜੀ ਤਾਕਤ ਆ, ਉਹ ਸਾਰਾ ਐਨਾਲਿਸਿਸ ਕਰਕੇ ਹੀ ਸਮਝ ਆ ਸਕਦੀ ਹੈ ਨਾ। ਆਰਪੀ ਸਿੰਘ ਕੋਈ ਕਹੀ ਜਾਵੇ, ਉਹਦੇ ਕਹਿਣ ਦੇ ਨਾਲ ਇਹੋ ਜਿਹੇ ਕਈ ਆਏ ਕਈ ਗਏ, ਤਾਂ ਉਹਦੀ ਕੋਈ ਔਕਾਤ ਨਹੀਂ। ਐਵੇਂ ਹੋਣਾ ਉਹਨਾਂ ਤੋਂ ਬੀਜੇਪੀ ਤੋਂ ਪੈਸੇ ਪੂਸੇ ਲੈਂਦਾ ਹੋ ਜਾਂ ਕੋਈ ਪੋਜੀਸ਼ਨ ਲੈ ਲਈ ਹੋਣੀ, ਜਾਂ ਕੋਈ ਸਟੇਟਸ ਲਿਆ ਹੋਣਾ। ਮੈਨੂੰ ਉਹਨਾਂ ਇਹੋ ਜਿਹੇ ਬੰਦਿਆਂ ਦੀ ਕੋਈ, ਮੇਰੇ ਮਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਔਕਾਤ ਨਹੀਂ ਹੈ।
ਉਹ ਬਿਲਕੁਲ ਬੇਸਲੈਸ ਯੂਜ਼ਲੈਸ ਬੰਦੇ ਆ ਜਿਹੜੇ ਜ਼ਰ ਖਰੀਦ ਹੈ ਉਹ ਸ਼ੁਰੂ ਤੋਂ ਚੱਲੇ ਆ ਰਹੇ। ਅੱਜ ਦੇ ਥੋੜ੍ਹੇ, ਮੈਂ ਮਸੰਦਾਂ ਦੀ ਤੁਹਾਨੂੰ ਗੱਲ ਨਹੀਂ ਕੀਤੀ, ਮਸੰਦ ਗੁਰੂ ਨੇ ਆਪ ਖਤਮ ਕੀਤੇ ਆ। ਉਹਨਾਂ ਨੇ ਕਿਹਾ ਵੀ ਸਭ ਤੋਂ ਡੇਂਜਰਸ ਜਿਹੜਾ ਐਨੀਮੀ ਆ ਸਿੱਖ ਪੰਥ ਦਾ, ਉਹ ਸਿੱਖ ਪੰਥ ਦੇ ਵਿੱਚ ਹੀ ਆ। ਗਦਾਰਾਂ ਦੀ ਗੱਲ ਗੱਦਾਰਾਂ ਦੀ ਪਹਿਲਾ ਨੰਬਰ 1 ਦੁਸ਼ਮਣ ਉਹਨਾਂ ਨੇ, ਮਹਾਰਾਜ ਨੇ, ਦਸਵੇਂ ਪਾਤਸ਼ਾਹ ਨੇ ਕਿਹਨੂੰ ਕਿਹਾ? ਮਸੰਦਾਂ ਨੂੰ ਕਿਹਾ। ਮਸੰਦ ਵੀ ਪੱਗਾਂ ਬੰਨ੍ਹਦੇ ਸੀ, ਮਸੰਦ ਵੀ ਉਸੇ ਫਾਰਮ ਦੇ ਵਿੱਚ ਦਾੜੀ ਵੀ ਰੱਖਦੇ ਸੀ, ਪਰ ਉਹਨਾਂ ਨੇ ਕਿਹਾ ਵੀ ਇਹ ਅੰਦਰਲਾ ਦੁਸ਼ਮਣ ਆ, ਇਹ ਜ਼ਿਆਦਾ ਡੇਂਜਰਸ ਆ, ਇਹਨੂੰ ਪਹਿਲਾਂ ਬਹੁਤ ਵੱਡੀ ਸਜ਼ਾ ਦੇ ਕੇ ਖਤਮ ਕਰੋ। ਸਮਝੇ? ਉਹ ਮਸੰਦ ਹੁਣ ਵੀ ਹੈਗੇ, ਉਹ ਰਹਿਣਗੇ। ਅੱਛਾ, ਇਹ ਸਿੱਖ ਸਿਆਸਤ ਦੇ ਉੱਤੇ ਕੀ ਅਸਰ ਦੇਖਦੇ ਹੋ? ਜਿਹੜਾ ਵੈਕਿਊਮ ਮੈਂ ਦੱਸਦਾ, ਜੇ ਸਿੱਖ ਸਿਆਸਤ ਗੁਰੂ ਦੇ ਉਸੂਲਾਂ ਦੇ ਉੱਤੇ ਨਿਰਭਰ ਹੈਗੀ ਆ, ਉੱਤੇ ਚੱਲ ਰਹੀ ਆ, ਤਾਂ ਸਿੱਖ ਸਿਆਸਤ ਨੂੰ ਕੋਈ ਦੁਨੀਆ ਖਤਮ ਨਹੀਂ ਕਰ ਸਕਦੀ, ਕੋਈ ਦੁਨੀਆ ਖਤਮ ਨਹੀਂ ਕਰ ਸਕਦੀ। ਜੇ ਸਿੱਖ ਸਿਆਸਤ ਸਵਾਰਥਾਂ 'ਤੇ ਬੇਸਡ ਆ ਜਾਂ ਆਪਣੇ ਜ਼ਾਤੀ ਮਫਾਦ ਲਈ ਕਿਸੇ ਤੋਂ ਫੇਵਰ ਲੈਂਦੀ ਆ, ਕਿਸੇ ਤੋਂ, ਜਿਸ ਤਰ੍ਹਾਂ ਤੁਸੀਂ ਆਰਪੀ ਸਿੰਘ ਦੀ ਗੱਲ ਕੀਤੀ ਹੈ, ਤਾਂ ਫਿਰ ਤਾਂ ਉਹਦਾ ਤਾਂ ਕੋਈ ਵੈਲਿਊ ਨਹੀਂ, ਉਹਦੀ ਕੋਈ ਔਕਾਤ ਨਹੀਂ, ਉਹਦੀ ਕੋਈ ਬੁਨਿਆਦ ਨਹੀਂ। ਅਤੇ ਇਹਦੇ 'ਚ ਆਪਾਂ ਥੋੜ੍ਹਾ ਹੋਰ ਅੱਗੇ ਵੱਧਦੇ ਹਾਂ, ਕਿਵੇਂ ਆਪਣਾ ਖੇਤਰੀ ਪਾਰਟੀ ਵੱਲ ਵੀ ਵੱਧ ਜਾਂਦੇ ਹਾਂ। ਕਦੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਐਨਾਲਾਈਜ਼ ਕੀਤੀਆਂ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਕਿੰਨਾ ਕੁ ਜ਼ਰੂਰਤ ਹੈਗੀ ਆ? ਪੰਜਾਬ ਇੱਕ ਰੀਜਨ ਹੈ ਜਿਹਦੀ ਆਪਣੀ ਜੋਗ੍ਰਾਫੀ ਹੈ, ਜਿਹਦਾ ਆਪਣਾ ਕਲਚਰ ਆ, ਜਿਹਦੀ ਆਪਣੀ ਲੈਂਗੁਏਜ ਆ, ਜਿਹਦੀ ਆਪਣੀ ਤਹਿਜ਼ੀਬ ਆ, ਜਿਹਦਾ ਆਪਣਾ ਇਤਿਹਾਸ ਆ, ਉਹ ਹਮੇਸ਼ਾ ਹੀ ਰਹੇਗਾ, ਉਹਨੂੰ ਮਿਟਾਇਆ ਜਾ ਨਹੀਂ ਸਕਦਾ। ਸਮਝੇ? ਤੋ ਇਸ ਕਰਕੇ ਜਿਸ ਤਰ੍ਹਾਂ ਹੋਰ ਇਹ ਮਲਟੀਕਲਚਰਲ ਸੁਸਾਇਟੀ ਆ, ਜਿਹੜਾ ਮੁਲਕ ਆ ਮਲਟੀ ਲਿੰਗੁਅਲ ਵੀ ਆ, ਮਲਟੀ ਕਲਚਰਲ ਵੀ ਆ, ਮਲਟੀ ਰਿਲੀਜੀਅਸ ਵੀ ਆ। ਅੱਡ ਅੱਡ ਕਿਸਮ ਦੇ ਧਾਰਮਿਕ ਲੋਕ ਰਹਿੰਦੇ ਇਸ ਮੁਲਕ ਦੇ ਵਿੱਚ, ਅੱਡ ਅੱਡ ਕਿਸਮ ਦੀਆਂ ਲੈਂਗੁਏਜਿਸ ਬੋਲੀਆਂ ਜਾਂਦੀਆਂ। ਤੁਹਾਨੂੰ ਪਤਾ, ਤੁਸੀਂ ਸਾਊਥ ਇੰਡੀਆ ਚਲੇ ਜਾਓ, ਇੱਕ ਵੀ ਹਿੰਦੀ ਦਾ ਲਫ਼ਜ਼ ਉੱਥੇ ਬੋਲਿਆ ਨਹੀਂ ਜਾ ਸਕਦਾ। ਸਮਝੇ ਕਿ ਨਹੀਂ? ਇਸੇ ਤਰੀਕੇ ਨਾਲ ਇੱਧਰ ਆ ਜਾਓ, ਉਹ ਤਾਮਿਲਨਾਡੂ ਦੀ ਜਿਹੜੀ ਲੈਂਗੁਏਜਿਸ ਹੈ, ਉਹਨਾਂ ਦਾ ਕਲਚਰ ਆ, ਉਹਨੂੰ ਨਹੀਂ ਸਮਝਦੇ। ਤੋ ਇਹ ਇੱਕ ਬੜਾ ਮਤਲਬ ਮਿਲਗੋਬਾ ਹੈਗਾ, ਮਿਲਾਵਟ ਆ, ਬਹੁਤ ਸਾਰੇ ਕਲਚਰ, ਬਹੁਤ ਸਾਰੇ ਰਿਲੀਜਨ, ਬਹੁਤ ਸਾਰੀਆਂ ਲੈਂਗੁਏਜਿਸ, ਬਹੁਤ ਸਾਰੀਆਂ ਤਹਿਜ਼ੀਬਾਂ ਇੱਥੇ ਰਹਿੰਦੀਆਂ ਇਸ ਮੁਲਕ ਦੇ ਵਿੱਚ। ਅਤੇ ਇੱਕ ਯੂਨੀਫਾਈਡ, ਜਿਸ ਤਰ੍ਹਾਂ ਅਮਰੀਕਾ ਇੰਗਲਿਸ਼ ਲੈਂਗੁਏਜ ਆ ਸਾਰੇ ਅਮਰੀਕਾ ਦੀ, ਕਿੱਡਾ ਵੱਡਾ ਮੁਲਕ ਆ, ਤਾਂ ਉਹ ਇੱਥੇ ਇਸ ਤਰ੍ਹਾਂ ਦੀ ਗੱਲ ਹੋ ਨਹੀਂ ਸਕਦੀ, ਜਿਹੜੀ ਕੀਤੀ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਸਮਝੇ ਨਾ? ਤੋ ਇਸ ਕਰਕੇ ਇਹ ਸਾਡਾ ਜਿਹੜਾ ਖੇਤਰ ਆ, ਉਸ ਦੇ ਵਿੱਚ ਉਹਦੀ ਆਪਣੀ ਇੱਕ ਆਈਡੈਂਟੀਟੀ ਆ। ਉਸ ਆਈਡੈਂਟੀਟੀ ਨੂੰ ਮਲੀਆਮੇਟ ਕੀਤਾ ਨਹੀਂ ਜਾ ਸਕਦਾ, ਚਾਹੇ ਕਿੰਨੀ ਵੀ ਕੋਸ਼ਿਸ਼ ਕੀਤੀ ਜਾਵੇ ਸਰਕਾਰ ਵੱਲੋਂ ਜਾਂ ਹੋਰ ਇਸ ਕਿਸਮ ਦੇ ਅਦਾਰਿਆਂ ਵੱਲੋਂ। ਅੱਛਾ, ਇੱਕ ਚੀਜ਼ ਮੈਨੂੰ ਯਾਦ ਆ ਗਈ, ਤੁਹਾਡਾ ਇੱਕ ਵਾਰੀ ਕਿਉਂਕਿ ਸਰਕਾਰਾਂ ਦੇ ਤੁਸੀਂ ਗੱਲਬਾਤ ਕੀਤੀ ਹੈ, ਸੈਂਟਰ ਸਰਕਾਰ ਦੀ ਜਾਂ ਪੰਜਾਬ ਸਰਕਾਰ, ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਮੁੱਖ ਮੰਤਰੀ ਨੇ, ਤੁਹਾਡਾ ਇੱਕ ਵਾਰੀ ਪੇਚਾ ਵੀ ਪੈ ਗਿਆ ਸੀ ਉਹਨਾਂ, ਮੇਰੇ ਖਿਆਲ 'ਚ ਉਹਨਾਂ ਨੇ MP ਜਦੋਂ ਰਹਿੰਦਿਆਂ ਕੁਛ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ, ਸਹਿਜਧਾਰੀਆਂ ਦੇ ਉੱਤੇ ਫੈਸਲਾ ਲੈ ਲਿਆ ਕਿ ਅਲੱਗ ਹੀ ਉਹਨਾਂ ਨੇ ਸਟੈਂਡ ਲੈ ਲਿਆ। ਉਹ ਦੇਖੋ ਜੀ, ਹੁਣ ਦੇਖੋ, ਕਿਸੇ ਗੱਲ 'ਤੇ ਬੋਲਣ ਲਈ ਪਹਿਲਾਂ ਉਹਨੂੰ ਸਮਝਣ ਦੀ ਲੋੜ ਆ। ਸਹਿਜਧਾਰੀਆਂ ਨੇ ਅਪੀਲ ਕੀਤੀ ਵੀ ਸਾਨੂੰ ਰਾਈਟ ਟੂ ਵੋਟ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ, ਉਹਨਾਂ ਨੇ ਦੇ ਦਿੱਤਾ। ਤਾਂ ਉਸ ਦੇ ਵਿਰੋਧ ਦੇ ਵਿੱਚ ਆਰਡੀਨੈਂਸ ਲੈ ਕੇ ਆਈ ਗਵਰਨਮੈਂਟ ਆਫ ਇੰਡੀਆ, ਸਹਿਜਧਾਰੀਆਂ ਨੂੰ ਰਾਈਟ ਟੂ ਵੋਟ ਨਹੀਂ, ਕਿਉਂਕਿ ਵੋਟਰ ਦੀ ਡੈਫੀਨੇਸ਼ਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ, ਉਹ ਇੱਕ ਐਕਟ ਆ, ਉਸ 'ਤੇ ਡਿਫਾਈਨ ਕੀਤਾ ਕੌਣ ਵੋਟਰ ਹੋਏਗਾ, ਉਹ ਕੇਸਾਧਾਰੀ ਸਿੱਖ ਹੀ ਵੋਟਰ ਹੋ ਸਕਦਾ। ਤਾਂ ਉਸ ਦੇ ਉੱਤੇ ਸਟੇ ਦਿੱਤੀ ਸੁਪਰੀਮ ਕੋਰਟ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਫੰਕਸ਼ਨਿੰਗ ਆ, ਉਹ ਬੰਦ ਕਰਤੀ ਉਹਨਾਂ ਨੇ, ਵੀ ਉਨੀ ਦੇਰ ਜਿੱਥੇ ਜਿੱਥੇ ਬਹੁਤ ਜ਼ਰੂਰਤ ਆ ਉੱਥੇ ਤੁਸੀਂ ਚਲਾਓ, ਕਿਉਂਕਿ ਉਹਨੂੰ ਤਨਖਾਹਾਂ ਦੇਣੀਆਂ ਹੁੰਦੀਆਂ, ਕੰਮ ਕਾਰ ਮਾੜਾ ਮੋਟਾ ਚੱਲਦਾ, ਲੇਕਿਨ ਤੁਸੀਂ ਕੋਈ ਵੱਡਾ ਡਿਸੀਜ਼ਨ ਨਹੀਂ ਲੈ ਸਕਦੇ। ਤਾਂ ਉਸ ਦੇ ਵਿਰੋਧ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਆਰਡੀਨੈਂਸ ਲਿਆਂਦਾ ਤਾਂ ਕਿ ਉਹ ਜਿਹੜਾ ਐਕਟ ਹੈ ਉਸਨੂੰ ਖਤਮ ਕੀਤਾ ਉਹ ਜਿਹੜਾ ਫੈਸਲਾ ਹੈ ਉਸਨੂੰ ਖਤਮ ਕੀਤਾ ਜਾ ਸਕੇ, ਸੁਪਰੀਮ ਕੋਰਟ ਦਾ ਫੈਸਲਾ। ਉਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕੋ ਹੀ ਆਦਮੀ ਬਦਕਿਸਮਤੀ ਦੇ ਨਾਲ ਭਗਵੰਤ ਮਾਨ ਉਸ ਦੇ ਹੱਕ ਵਿੱਚ ਬੋਲਿਆ, ਇਕੱਲਾ ਬੰਦਾ, ਵੀ ਹੋਣਾ ਚਾਹੀਦਾ, ਹੋਣਾ ਚਾਹੀਦਾ। ਉਹਨੇ ਪਤਾ ਕੀ ਕਿਹਾ?
ਹੁਣ ਇਹ ਚੀਕਾਂ ਮਾਰ ਕੇ, ਜਿਵੇਂ ਉਹਦੀ ਆਦਤ ਆ ਅੱਡੀਆਂ ਜੀਆਂ ਚੱਕ ਕੇ ਬੋਲਣ ਦੇ, ਵੀ ਦੇਖੋ ਜੀ गुरुद्वारे में कोई जा, हिंदी टुट्टी भज्जी जी हिंदी जिमें बोलता, भी गुरुद्वारे में कोई जा सकता है, गुरुद्वारे में कोई लंगर खा सकता है, गुरुद्वारे में कोई रह सकता है, ये कर सकता है, इस तरह भी ये तो बिल्कुल बात गलत है। तो ਜਿਹੜੀ ਸੁਖਬੀਰ ਬਾਦਲ ਦੀ ਮਿਸਿਸ ਆ, ਉਹਨਾਂ ਨੇ ਉਸ ਨੂੰ ਬਹੁਤ ਸਟਰੋਂਗਲੀ ਅਪੋਜ਼ ਕੀਤਾ। ਜਿਹੜੀ ਭਗਵੰਤ ਮਾਨ ਦਾ ਸਟੈਂਡ ਸੀ, ਉਸ ਨੂੰ ਬਹੁਤ ਫੋਰਸਫੁਲੀ ਅਪੋਜ਼ ਕੀਤਾ, ਰਾਈਟਲੀ ਕੀਤਾ। ਤਾਂ ਉਸ ਤੋਂ ਬਾਅਦ ਕੀ ਹੋਇਆ, ਇਸ ਬੰਦੇ ਨੂੰ ਮੈਂ ਸਟੇਟਮੈਂਟ ਦਿੱਤੀ, ਮੈਂ ਕਿਹਾ ਬਿਲਕੁਲ ਠੀਕ ਕਿਹਾ ਤੂੰ, ਗੁਰਦੁਆਰੇ 'ਚ ਕੋਈ ਜਾ ਸਕਦਾ, ਲੰਗਰ ਛਕ ਸਕਦਾ, ਰਹਿ ਸਕਦਾ, ਜੋ ਉੱਥੇ ਦਾ ਕੰਫਰਟ ਆ ਲੈ ਸਕਦਾ, ਪਰ ਗੁਰਦੁਆਰੇ ਦੀ ਮੈਨੇਜਮੈਂਟ ਦੇ ਵਿੱਚ ਨੌਨ ਸਿੱਖ ਨਹੀਂ ਹੋ ਸਕਦਾ। ਹੁਣ ਇਹਨੂੰ, ਇਹ ਮੂਰਖ ਨੂੰ ਇਹ ਤਾਂ ਪਤਾ ਨਹੀਂ ਸੀ ਵੀ ਕੁਐਸਚਨ ਤਾਂ ਗੁਰਦੁਆਰੇ ਦੀ ਮੈਨੇਜਮੈਂਟ ਦਾ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਮੈਨੇਜਿੰਗ ਕਮੇਟੀ ਹੈ, ਪ੍ਰਬੰਧਕ ਕਮੇਟੀ ਹੈ, ਉਹ ਪ੍ਰਬੰਧ ਚਲਾਉਣਾ ਉਹਨਾਂ ਨੇ ਗੁਰਦੁਆਰਿਆਂ ਦਾ। ਕੱਲ੍ਹ ਨੂੰ ਕੋਈ ਬੰਦਾ ਕਹੇ ਵੀ ਮੁਸਲਮਾਨਾਂ ਦੀਆਂ ਮਸਜਿਦਾਂ ਦਾ ਕੋਈ ਪ੍ਰਬੰਧ ਨੌਨ ਮੁਸਲਿਮ ਕਰ ਸਕਦਾ, ਟੋਲਰੇਟ ਕਰਨਗੇ? ਹਾਲਾਂਕਿ ਹਿੰਦੁਸਤਾਨ ਦੀ ਸਰਕਾਰ ਮੁਸਲਮਾਨਾਂ ਦੇ ਵਿਰੋਧ 'ਚ ਆ, ਪਰ ਕਦੇ ਵੀ ਉਹ ਇਹ ਗੱਲ ਹੋ ਨਹੀਂ ਸਕਦੀ। ਈਸਾਈਆਂ ਦੀਆਂ ਜਿਹੜੇ ਗਿਰਜੇ ਆ, ਉਹਨਾਂ ਦੇ ਵਿੱਚ ਈਸਾਈ ਪ੍ਰਬੰਧਕ ਹੋਏਗਾ, ਨਾ ਕਿ ਨੌਨ ਈਸਾਈ। ਇਸੇ ਤਰ੍ਹਾਂ ਹਿੰਦੂਆਂ ਦੇ ਮੰਦਰ ਆ, ਹਿੰਦੂਆਂ ਦੇ ਮੰਦਰਾਂ ਦੇ ਵਿੱਚ ਨੌਨ ਹਿੰਦੂ ਥੋੜ੍ਹਾ ਉਹਨੂੰ ਅਲਾਓ ਕਰਨਗੇ। ਮੇਰੀ ਗੱਲ ਸਮਝੇ ਨਾ? ਤਾਂ ਇਹ ਮੂਰਖ ਆਦਮੀ ਨੂੰ ਹੁਣ ਸਮਝ ਨਹੀਂ, ਮੂਰਖ ਨਾ ਰੁੱਝੀਏ, ਪੜ੍ਹ ਅਖਰੇ ਹੋ ਕੇ। ਮੇਰਾ ਮਤਲਬ ਉਹ ਫਿਰ ਉਹਨੇ ਮੈਨੂੰ ਫੋਨ ਕੀਤਾ ਵੀ ਇੱਥੇ ਮੈਂ ਬੈਠਾ ਸੀ, ਇੱਥੇ ਖਾਣਾ ਖਾ ਰਿਹਾ ਸੀ, ਦੁਪਹਿਰ ਸਰਦੀਆਂ ਦਾ ਮੌਸਮ। ਤਾਂ ਮੇਰਾ ਮਤਲਬ, ਮੈਂ ਕਿਹਾ ਉਹ ਤੂੰ, ਕਹਿੰਦਾ ਜੀ ਮੈਂ ਇੰਨੇ ਲੱਖ ਵੋਟਾਂ ਨਾਲ। ਮੈਂ ਕਿਹਾ ਤੂੰ 50 ਲੱਖ ਵੋਟਾਂ ਨਾਲ ਜਿੱਤ ਜਾ, ਮੇਰਾ ਉਸ ਨਾਲ ਕੰਸਰਨ ਨਹੀਂ। ਮੇਰਾ ਕੰਸਰਨ ਆ ਵੀ ਤੂੰ ਕੀ ਕਹੀ ਜਾਣਾ, ਬਗੈਰ ਸਮਝ ਤੋਂ ਕਹੀ ਜਾ, ਆਪਣਾ ਉੱਲੂ ਬਣਾ। ਫਿਰ ਆਪਣੇ ਆਪ ਨੂੰ ਕਹਿੰਦਾ ਮੈਂ ਹਮੇਸ਼ਾ ਹੀ ਆਪਣੀ ਆਪ ਤਾਰੀਫ ਕਰਦਾ। ਤਾਂ ਇਸ ਕਿਸਮ ਦਾ ਅਨਪੜ੍ਹ ਆਦਮੀ ਆ ਉਹ, ਸਕੂਲ ਜਾਂ ਪਤਾ ਨਹੀਂ ਕਾਲਜ 'ਚ ਮਾੜਾ ਮੋਟਾ 2-4 ਦਿਨ ਗਿਆ ਹੋਣਾ। ਤਾਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਬੜੀਆਂ ਸੈਂਸਿਟਿਵ। ਉਹਨਾਂ ਨੂੰ ਪਹਿਲਾਂ ਸਮਝ ਲੈਣਾ ਚਾਹੀਦਾ, ਫਿਰ ਸਮਝਣ ਤੋਂ ਬਾਅਦ ਜ਼ਰੂਰਤ ਪਏ ਤਾਂ ਬੋਲੋ। ਅੱਛਾ, ਹਟੇ ਤਾਂ ਉਹ ਫਿਰ ਵੀ ਨਹੀਂ, ਉਸ ਤੋਂ ਬਾਅਦ ਵੀ ਹੁਣ ਸਰਕਾਰ ਬਣਨ ਤੋਂ ਬਾਅਦ ਵੀ ਉਹ ਐਕਟ ਐਸਾ ਅਮੈਂਡਮੈਂਟ SGPC ਬਾਅਦ 'ਚ ਤਾਂ ਨਹੀਂ ਕਹੀ ਨਹੀਂ, ਉਹਨੇ ਬਾਅਦ 'ਚ ਕੁਛ ਇਹ ਨਹੀਂ ਕਿਹਾ। ਉਹਨਾਂ ਨੇ ਉਸ ਸਰਕਾਰ ਬਣਨ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਅਮੈਂਡਮੈਂਟ ਐਕਟ ਲੈ ਕੇ ਆਉਂਦਾ ਸੀਗਾ, ਜਿਹੜਾ ਗਵਰਨਰ ਕੋਲੇ ਗੁਰਦੁਆਰਿਆਂ ਦੇ ਜਿਹੜਾ ਪ੍ਰਸਾਰਨ, ਬਾਣੀ ਪ੍ਰਸਾਰਨ ਨੂੰ ਲੈ ਕੇ, ਉਹਦੇ ਵਿੱਚ ਉਹ ਹੋਰ ਸੀ। ਮੈਂ ਕਿਹਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਧਰਮ ਦੇ ਵਿੱਚ ਫਿਰ ਇੱਕ ਇੰਟਰਫੇਰੈਂਸ। ਦੇਖੋ ਮੂਰਖ ਆਦਮੀ ਹੈ, ਹੁਣ ਕੀ ਕਹੀਏ ਉਹਦੇ ਨਾਲ, ਉਦੋਂ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹ ਜੋ ਮੂੰਹ 'ਚ ਆਈ ਜਾਂਦਾ ਬੋਲੀ ਜਾਂਦਾ। ਨਾ ਉਸਦੀ ਕਿੰਨੀ ਵਾਰੀ ਉਹਨੂੰ ਝਾੜਾਂ ਪਾਈਆਂ ਕੇਜਰੀਵਾਲ ਨੇ ਵੀ, ਕੋਈ ਗੱਲ ਅਕਲ ਦੀ ਕਰਿਆ ਕਰ। ਹੁਣ ਜੇ ਅਕਲ ਹੈ ਹੀ ਨਹੀਂ ਤਾਂ ਅਕਲ ਦੀ ਗੱਲ ਕਿੱਥੋਂ ਕਰੂਗਾ ਬੰਦਾ? ਅੱਛਾ, ਮੈਂ ਇਹ ਗੱਲ ਮੈਂ ਤਾਂ ਛੇੜੀ ਸੀਗੀ ਕਿਉਂਕਿ ਮੈਂ ਇਹ ਚੀਜ਼ ਨੂੰ ਸਮਝਣਾ ਕੋਸ਼ਿਸ਼ ਕਰ ਰਿਹਾ ਕਿ ਸਰਕਾਰਾਂ ਹਮੇਸ਼ਾ ਹੀ ਪੰਥਕ ਇਸ਼ੂ ਦੇ ਵਿੱਚ ਇੰਟਰਫੇਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਨੇ। ਤਾਂ ਕਰਨਗੀਆਂ, ਕਿਉਂ ਨਾ ਕਰਨ? ਉਹਨਾਂ ਦਾ ਇੱਕ ਏਜੰਡਾ, ਸਰਕਾਰ ਦਾ ਇੱਕ ਏਜੰਡਾ ਹੁੰਦਾ, ਉਸ ਏਜੰਡੇ ਦੇ ਮੁਤਾਬਕ ਉਹ ਚੱਲਦੇ ਆ। ਸਰਕਾਰ ਕੀ ਹੈ? ਸਰਕਾਰ ਇੱਕ ਪਾਰਟੀ ਹੈ। ਇੱਕ ਪਾਰਟੀ ਕੀ ਹੈ? ਇੱਕ ਪੁਆਇੰਟ ਆਫ ਵਿਊ ਆ। ਜਿਹੜੀ ਸਰਕਾਰ ਆ, ਹੁਣ ਅੱਜ ਸਰਕਾਰ ਆ ਹਿੰਦੁਸਤਾਨ ਦੀ, ਸਰਕਾਰ ਕੀ ਹੈ? ਸਰਕਾਰ BJP ਹੈ, ਕਿਉਂਕਿ ਉਹਨਾਂ ਕੋਲ ਪਾਵਰ ਆ, ਉਹ ਮੈਜੋਰਟੀ ਦੇ ਵਿੱਚ ਆ। ਉਹਨਾਂ ਦਾ ਇੱਕ ਪਰਟੀਕੂਲਰ ਏਜੰਡਾ ਹੈ BJP ਦਾ, ਸਿੱਖਾਂ ਪ੍ਰਤੀ ਏਜੰਡਾ ਹੈ। ਸਿੱਖਾਂ ਨੂੰ, ਸਿੱਖੀ ਨੂੰ ਖਤਮ ਕਰਕੇ ਹਿੰਦੂਇਜ਼ਮ ਦੇ ਫੋਲਡ 'ਚ ਲਿਆਉਣਾ ਚਾਹੁੰਦੇ ਆ। ਤਾਂ ਉਸ ਦੇ ਮੁਤਾਬਕ ਹੀ ਉਹ ਚੱਲਣਗੇ ਨਾ ਜੀ। ਤਾਂ ਉਸ ਦੇ ਮੁਤਾਬਕ ਜੇ ਉਹ ਚੱਲਣਗੇ ਤਾਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਆ, ਤੁਹਾਨੂੰ ਸਮਝਣ ਦੀ ਲੋੜ ਆ ਵੀ ਇਹ ਸਾਰੀ ਚੀਜ਼ ਇੱਕ ਪਰਟੀਕੂਲਰ ਏਜੰਡੇ ਦੇ ਮੁਤਾਬਕ ਚੱਲ ਰਹੀ ਹੈ। RSS ਕੀ ਹੈ? ਉਹਨਾਂ ਦਾ ਵੀ ਆਪਣਾ ਇੱਕ ਏਜੰਡਾ ਹੈਗਾ। ਬੜੀ ਉਹਨਾਂ ਨੂੰ ਤਕਲੀਫ ਹੁੰਦੀ ਆ ਜਦੋਂ ਕੋਈ ਜਥੇਦਾਰ ਇਸ ਕਿਸਮ ਦੀ ਸਟੇਟਮੈਂਟ ਦੇ ਦੇ। ਜਿਵੇਂ ਸਿੱਖ ਸੰਗਤ ਬਣਾਈ ਸੀ ਉਹਨਾਂ ਨੇ, ਸਿੱਖ ਸੰਗਤ ਬਣਾਈ ਸੀ ਨਾ, ਰਾਸ਼ਟਰੀय ਸਿੱਖ ਸੰਗਤ। ਹੁਣ ਦੇਖੋ ਰਾਸ਼ਟਰ ਕੀ ਚੀਜ਼ ਹੈ? ਰਾਸ਼ਟਰ ਹੈਗੀ ਨੇਸ਼ਨ। ਨੇਸ਼ਨ ਜਿਹੜੀ ਆ ਬਹੁਤ ਖਤਰਨਾਕ ਕਨਸੈਪਟ ਆ। ਦੁਨੀਆ ਦੇ ਵਿੱਚ ਜਿਹੜੀ ਫਸਟ ਵਰਲਡ ਵਾਰ ਅਤੇ ਸੈਕੰਡ ਵਰਲਡ ਵਾਰ ਕਿਸ ਇਸ਼ੂ 'ਤੇ ਲੜੀ ਗਈ? ਨੇਸ਼ਨ ਦੇ ਨਾਂ ਦੇ ਉੱਤੇ, ਨੇਸ਼ਨ ਦੇ ਨਾਂ 'ਤੇ ਲੜੀ ਗਈ। ਇੱਕ ਪਾਸੇ ਈਸਾਈ, ਦੂਜੇ ਪਾਸੇ ਈਸਾਈ। ਇੱਕ ਈਸਾਈ ਟੱਲੀਆਂ ਵਜਾ ਰਹੇ ਆ ਗਿਰਜਾਂ 'ਚ, ਦੂਜਾ ਈਸਾਈ ਟੱਲੀਆਂ 'ਚ ਵਜਾ ਰਿਹਾ। ਦੋਨੇ ਪਾਸੇ ਈਸਾਈ ਹੈ ਨਾ। ਫਰਾਂਸ ਅਤੇ ਇੰਗਲੈਂਡ ਦੋਨੇ ਪਾਸੇ ਦੋਨੇ ਈਸਾਈ ਹੈ। ਇਸੇ ਤਰੀਕੇ ਨਾਲ ਰਸ਼ੀਆ ਵੀ ਈਸਾਈ ਸੀ। ਤੋ ਦੂਸਰੇ ਮੁਲਕ ਵੀ ਸਾਰੇ ਵੈਸਟ ਦੀ ਕੰਟਰੀ ਈਸਾਈਆਂ ਦੀ ਕੰਟਰੀ ਹੈ ਨਾ। ਤੋ ਉਸ ਦੇ ਵਿੱਚ ਇਹ ਗੱਲ ਕਹਿ ਦੇਣੀ
ਵੀ ਦੇਖੋ ਜੀ ਆਹ ਫਲਾਣਾ ਏਜੰਡਾ, ਕੋਈ ਏਜੰਡਾ ਨਹੀਂ, ਉਹ ਨੇਸ਼ਨ ਦੀ ਕਨਸੈਪਟ ਹੈ। 19th ਸੈਂਚੁਰੀ ਦੇ ਵਿੱਚ ਨੇਸ਼ਨ ਦੇ ਨਾਂ ਤੇ ਜਿਤਨਾ ਖੂਨ ਖਰਾਬਾ ਹੋਇਆ ਉਹਨਾਂ ਪਿਛਲੀ ਸਿਵਲਾਈਜੇਸ਼ਨ 'ਚ ਨਹੀਂ, ਜੇ ਸਾਰੀ ਨੂੰ ਵੀ ਲਾਈਏ ਉਹਨਾਂ ਖੂਨ ਖਰਾਬਾ ਨਹੀਂ ਹੋਇਆ। ਅੱਜ ਵੀ ਨੇਸ਼ਨ ਦੇ ਨਾਂ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ, ਸਮਝੇ ਕਿ ਨਹੀਂ? ਹਰ ਜਗ੍ਹਾ ਮਾਰਿਆ ਜਾ ਰਿਹਾ। ਇੰਡੀਅਨ ਨੇਸ਼ਨ ਦੇ ਨਾਂ ਦੇ ਉੱਤੇ ਨਹੀਂ ਤੁਸੀਂ ਮਾਰਦੇ ਲੋਕਾਂ ਨੂੰ। ਇਹ ਬਹੁਤ ਖਤਰਨਾਕ ਕਨਸੈਪਟ ਆ 19ਵੀਂ ਸਦੀ ਦਾ। ਇਹ ਉਸ ਤੋਂ ਪਹਿਲਾਂ ਨੇਸ਼ਨ ਨੂੰ ਕੋਈ ਨਹੀਂ ਸੀ ਜਾਣਦਾ। ਪੰਥ ਕਹਿੰਦੇ ਸੀ ਨਾ, ਪਹਿਲਾਂ ਪੰਥ ਕਹਿੰਦੇ ਸੀ। 19ਵੀਂ ਸਦੀ ਦੇ ਵਿੱਚ ਨਵਾਂ ਨੇਸ਼ਨ ਦਾ ਕਨਸੈਪਟ ਆਇਆ, ਜਿਸ ਦੇ ਵਿੱਚ ਉਹਨਾਂ ਨੇ ਇੱਕ ਨੇਸ਼ਨ ਨੇ, ਇੱਕ ਫਰਜ਼ ਕਰੋ ਇੰਗਲੈਂਡ ਹੈ, ਬ੍ਰਿਟਿਸ਼ ਨੇਸ਼ਨ ਹੈ, ਇਸੇ ਤਰ੍ਹਾਂ ਫਰੈਂਚ ਨੇਸ਼ਨ ਆ, ਜਰਮਨ ਨੇਸ਼ਨ ਆ। ਨੇਸ਼ਨ ਦੇ ਨਾਂ 'ਤੇ ਲੜਾਈ ਹੋ ਗਈ ਨਾ, ਤਾਂ ਇੱਕੋ ਹੀ ਧਰਮ ਇੱਕੋ ਹੀ ਆ। ਜਰਮਨ ਦਾ, ਰਸ਼ੀਆ ਦਾ, ਜ਼ੈਕੋਸਲੋਵਾਕੀ ਦਾ, ਸਾਰੇ ਮੁਲਕ ਜਿੰਨੇ ਆ ਯੂਰਪ ਦੇ, ਉਹਨਾਂ ਦਾ ਇੱਕੋ ਹੀ ਧਰਮ ਆ, ਈਸਾਈ। ਇੱਕ ਮੇਰਾ ਖਿਆਲ ਛੋਟਾ ਜਿਹਾ ਮੁਲਕ ਆ, ਕੀ ਉਹਦਾ ਮੈਨੂੰ ਨਾਂ ਭੁੱਲ ਗਿਆ, ਉਹਦੇ 'ਚ ਮੁਸਲਿਮ ਮੈਜੋਰਟੀ ਆ, ਬਾਕੀ ਸਾਰੇ ਈਸਾਈ ਆ। ਤਾਂ ਈਸਾਈਆਂ ਦੀ ਮਤਲਬ ਜਿਹੜਾ ਇੱਕੋ ਕਨਸੈਪਟ ਆ, ਇੱਕੋ ਉਹਨਾਂ ਦਾ ਬਾਈਬਲ ਆ। ਲੜਾਈ ਹੋ ਰਹੀ ਆ ਆਪਸ ਦੇ ਵਿੱਚ ਨੇਸ਼ਨ ਦੇ ਨਾਂ ਦੇ ਉੱਤੇ, ਇੰਨੀ ਭਿਆਨਕ ਲੜਾਈ ਹੋ ਰਹੀ ਹੈ, ਇੰਨਾ ਖੂਨ ਖਰਾਬਾ ਹੋ ਰਿਹਾ ਜਿਹਦਾ ਕੋਈ ਅੰਤ ਨਹੀਂ। ਅੱਜ ਵੀ ਕਹਿੰਦਾ ਨੇਸ਼ਨ ਦੇ ਨਾਂ 'ਤੇ ਮਾਰੇ ਜਾ ਰਹੇ ਲੋਕ। ਇੱਕ ਮੁਲਕ ਦੇ ਵਿੱਚ ਨੇਸ਼ਨ ਦੇ ਨਾਂ ਦੇ ਉੱਤੇ ਤੁਸੀਂ ਦੇਖੋ ਜੀ, ਇੰਡੀਅਨ ਨੇਸ਼ਨ ਨੂੰ ਤੁਸੀਂ ਐਂ ਕਿਹਾ, ਕਿਹਨੇ ਦੇਖੀ ਇੰਡੀਅਨ ਨੇਸ਼ਨ? ਦੇਖੀਏ ਤੁਸੀਂ ਕਦੇ ਇੰਡੀਅਨ ਨੇਸ਼ਨ? ਦੇਖੀ, ਪਰ ਉਹਦਾ ਜਿਹੜਾ ਜ਼ੁਲਮ ਸਿਤਮ ਤਾਂ ਦੇਖਿਆ ਨਾ ਤੁਸੀਂ। ਤਾਂ ਇਹ ਹੈ। ਧੰਨਵਾਦ ਜੀ ਗੱਲਬਾਤ ਕਰਨ ਦੇ ਲਈ, ਬਹੁਤ ਬਹੁਤ ਮਿਹਰਬਾਨੀ ਇਹਦੀ ਜਾਣਕਾਰੀ ਦੇਣ ਦੇ ਲਈ। ਥੈਂਕ ਯੂ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਚੰਡੀਗੜ੍ਹ।